ਦੋਸਤੋ, ਰੱਬ ਲੋਕ ਚੈਨਲ ਵਿੱਚ ਅੱਜ ਤੁਹਾਨੂੰ ਜੋ ਕਹਾਣੀ ਸੁਣਾਉਣ ਜਾ ਰਹੇ ਹਾਂ ਉਹ ਹੈ ਗੁਰਵਿੰਦਰ ਮਾਨ ਜੀ ਦੀ ਰਚਨਾ। ਇਸ ਕਹਾਣੀ ਉੱਪਰ ਦਾ ਫਲੋ ਰਿਕਾਰਡਸ ਨੇ ਸ਼ਾਰਟ ਮੂਵੀ ਵੀ ਮਾਰਕੀਟ ਵਿੱਚ ਉਤਾਰੀ ਹੈ। ਕਹਾਣੀ ਦਾ ਨਾਮ ਹੈ ਕਰਤਾਰਾ ਵੈਲੀ। ਵੈਲੀ ਕੋਈ ਐਵੇਂ ਨਹੀਂ ਬਣ ਜਾਂਦਾ, ਕੋਈ ਨਾ ਕੋਈ ਤਾਂ ਰਾਜ ਦੀ ਗੱਲ ਹੁੰਦੀ ਹੈ, ਜਾਂ ਕੋਈ ਸਦਮੇ ਦੀ, ਜਾਂ ਫਿਰ ਕੋਈ ਨਸੂਰ ਉੱਚੜ ਜਾਂਦਾ ਹੈ। ਜਦੋਂ ਇਹ ਕਹਾਣੀ ਸ਼ੁਰੂ ਹੁੰਦੀ ਹੈ ਤਾਂ ਕਰਤਾਰਾ ਬੁੱਢਾ ਹੋ ਚੁੱਕਿਆ ਹੈ। ਉਹ 20 ਸਾਲਾਂ ਬਾਅਦ ਆਪਣੇ ਪਿੰਡ ਆਣ ਢੁਕਦਾ ਹੈ। ਉਹ ਉਜੜੇ ਦਰਵਾਜ਼ੇ 'ਤੇ ਜਾ ਖੜ੍ਹਦਾ ਹੈ ਅਤੇ ਉਸ ਦਾ ਚੇਤਾ 20 ਸਾਲ ਪੁਰਾਣੀਆਂ ਘਟਨਾਵਾਂ ਨੂੰ ਮੁੜ ਹਰਾ ਕਰ ਦਿੰਦਾ ਹੈ। ਇੱਕ ਦਿਨ ਕਰਤਾਰੇ ਨੇ ਆਪਣੇ ਮਾਮੇ ਸੁੱਚਾ ਸਿੰਘ ਨਾਲ ਕਿਧਰੇ ਵਿਆਹ ਜਾਣਾ ਸੀ। ਸਾਕਾਂ ਵਿੱਚੋਂ ਸਾਕ, ਰਿਸ਼ਤੇਦਾਰੀਆਂ, ਸਕੀਰੀਆਂ ਸਭ ਉਸ ਦੇ ਨਾਨਕੇ ਹੀ ਤਾਂ ਸਨ, ਕਿਉਂਕਿ ਉਸ ਦਾ ਮਾਂ ਪਿਓ ਤਾਂ ਬਚਪਨ ਵਿੱਚ ਹੀ ਉਸ ਨੂੰ ਇਕੱਲੇ ਛੱਡ ਕੇ ਸਦਾ ਦੀ ਨੀਂਦ ਸੌਂ ਗਏ ਸਨ। ਕਰਤਾਰੇ ਨੂੰ ਉਸ ਦਾ ਮਾਮਾ ਸੁਬਾਹ ਤੋਂ ਉਡੀਕਦਾ ਹੈ। ਉਹ ਆਪਣੇ ਪੁੱਤਰ ਹਾਕਮ ਨੂੰ ਵੀ ਕਹਿੰਦਾ ਹੈ ਕਿ ਕਰਤਾਰਾ ਅਜੇ ਤੱਕ ਨਹੀਂ ਆਇਆ, ਕਿਤੇ ਉੱਧਰੋਂ ਸਿੱਧਾ ਹੀ ਵਿਆਹ ਵਾਲੇ ਪਿੰਡ ਨੂੰ ਨਾ ਹੋ ਤੁਰਿਆ ਹੋਵੇ। ਤਾਂ ਹਾਕਮ ਸੁੱਚਾ ਸਿੰਘ ਦਾ ਬੇਟਾ ਕਹਿੰਦਾ ਹੈ ਕਿ ਤੇਰੇ ਬਿਨਾਂ ਦਾ ਬਾਪੂ ਉਹ ਸਾਹ ਵੀ ਨਹੀਂ ਲੈਂਦਾ। ਪੈਰ ਪੁੱਟਣ ਤੋਂ 100 ਵਾਰੀ ਪਹਿਲਾਂ ਤੈਨੂੰ ਹੀ ਤਾਂ ਇਕੱਲੇ ਨੂੰ ਪੁੱਛਦਾ ਹੈ। ਅਤੇ ਮਾਮਾ ਵੀ ਕਹਿੰਦਾ ਹੈ ਕਿ ਉਹ ਉਸ ਨੂੰ ਦੂਜਾ ਪੁੱਤ ਮੰਨਦਾ ਹੈ, ਕਦੇ ਵੀ ਦਰਿਆਉਤ ਨਹੀਂ ਕਰਦਾ ਉਸ ਨਾਲ। ਘਰ ਦੇ ਹਰੇਕ ਕੰਮ ਵਿੱਚ ਉਸ ਨੂੰ ਮੋਹਰੀ ਬਣਾ ਕੇ ਰੱਖੀਦਾ। ਬਾਕੀ ਹਾਕਮ ਕਹਿੰਦਾ ਹੈ ਕਿ ਕਰਤਾਰਾ 15 ਕਮਾ ਜ਼ਮੀਨ ਦਾ ਮਾਲਕ ਹੈ ਬਾਪੂ, ਭੋਰਾ ਵੀ ਗਮਾਨ ਨਹੀਂ। ਇੰਨੀ ਥੋੜ੍ਹੀ ਜ਼ਮੀਨ ਤਾਂ ਆਪਣੇ ਕੋਲ ਹੈ ਕਿ ਆਪਣੇ ਨਾਲ 15 ਕਮਾ ਵਾਲਾ ਕਿਵੇਂ ਵਰਤੇ। ਪਰੰਤੂ ਨਹੀਂ, ਉਹ ਆਪਾਂ ਨੂੰ ਨੀਵੇਂ ਨਹੀਂ ਸਮਝਦਾ, ਪੂਰੇ ਮਨ ਨਾਲ ਨਿਭਾਉਂਦਾ ਹੈ ਰਿਸ਼ਤੇਦਾਰੀਆਂ। ਪਿਓ ਪੁੱਤ ਗੱਲਾਂ ਹੀ ਕਰ ਰਹੇ ਹੁੰਦੇ ਨੇ ਕਿ ਇੰਨੇ ਨੂੰ ਕਰਤਾਰਾ ਆਣ ਢੁਕਦਾ ਹੈ। ਹਾਕਮ ਉਸ ਨੂੰ ਕਹਿੰਦਾ ਹੈ ਕਿ ਮੈਂ ਤਿਆਰ ਅਜੇ ਹੋਣਾ ਹੈ। ਕਰਤਾਰਾ ਕਹਿੰਦਾ ਹੈ ਕਿ ਤੂੰ ਸੋਹਣੇ ਜਿਹੇ ਲੀੜੇ ਪਾ ਲਾ, ਆਹ ਦੇਖ ਮੇਰੇ ਕੋਲ 2 ਸੋਹਣੇ ਝੱਗੇ ਨੇ, ਜਿਹੜਾ ਤੈਨੂੰ ਚੰਗਾ ਲੱਗਦਾ ਉਹ ਪਾ ਲੈ। ਫਿਰ ਉਹ ਸਭ ਤਿਆਰ ਹੁੰਦੇ ਨੇ ਅਤੇ ਵਿਆਹ ਵਾਲੇ ਘਰ ਵਿੱਚ ਜਾ ਕੇ ਮਸਤੀ ਕਰਨ ਦੀ ਵਿਉਂਤ ਬਣਾਉਂਦੇ ਹਨ। ਕਹਾਣੀ ਅੱਗੇ ਤੁਰਦੀ ਹੈ ਤਾਂ ਤਿੰਨੇ ਵਿਆਹ ਵਾਲੇ ਘਰ ਨੂੰ ਜਾਂਦੇ ਹਨ। ਹਾਕਮ ਅਤੇ ਸੁੱਚਾ 2 ਕਦਮ ਅੱਗੇ ਹੁੰਦੇ ਹਨ ਅਤੇ ਕਰਤਾਰਾ ਜ਼ਰਾ ਕੁ ਪਿੱਛੇ। ਪਿੰਡ ਵੜਦਿਆਂ ਹੀ ਅਚਾਨਕ ਕਰਤਾਰੇ ਦੀ ਨਜ਼ਰ ਪਿੰਡ ਦੇ ਇੱਕ ਚੁਬਾਰੇ 'ਤੇ ਪੈਂਦੀ ਹੈ ਅਤੇ ਇੱਕ ਖੂਬਸੂਰਤ ਮੁਟਿਆਰ ਸਜੀ ਧਜੀ ਖੜ੍ਹੀ ਹੈ। ਦੋਹਾਂ ਦੀਆਂ ਨਜ਼ਰਾਂ ਆਪਸ ਵਿੱਚ ਮੇਲ ਖਾਂਦੀਆਂ ਹਨ ਅਤੇ ਇੱਕ ਦੂਜੇ ਨੂੰ ਸਜਦਾ ਕਰਦੀਆਂ ਹਨ। ਸੁੱਚਾ ਸਿੰਘ ਕਰਤਾਰੇ ਨੂੰ ਹਾਕ ਮਾਰ ਕੇ ਕਹਿੰਦਾ ਹੈ ਕਿ ਉਹ ਬੜਾ ਹੌਲੀ ਤੁਰ ਰਿਹਾ ਹੈ, ਤੇਜ਼ੀ ਨਾਲ ਪੈਰ ਚੁੱਕ ਕੇ ਅੱਗੇ ਵਧੇ, ਆਪਾਂ ਪਹਿਲਾਂ ਹੀ ਬੜੇ ਲੇਟ ਹਾਂ। ਕਰਤਾਰਾ ਅਤੇ ਉਸ ਦਾ ਮਾਮਾ ਅਤੇ ਉਸ ਦਾ ਮਮੇਰਾ ਭਰਾ ਹਾਕਮ ਵਿਆਹ ਵਾਲੇ ਘਰ ਵਿੱਚ ਪਹੁੰਚ ਜਾਂਦੇ ਹਨ। ਸ਼ਾਮ ਨੂੰ ਖੂਬ ਮਹਿਫਲ ਸਜਦੀ ਹੈ। ਉਹੀ ਲੜਕੀ ਕੰਧੋਲੀ ਵਿੱਚੋਂ ਕਰਤਾਰੇ ਦੇ ਨਜ਼ਰ ਪੈ ਜਾਂਦੀ ਹੈ ਅਤੇ ਉਹ ਵੀ ਹੱਸ ਕੇ ਉਸ ਦਾ ਪ੍ਰਤੀਕਰਮ ਦਿੰਦੀ ਹੈ। ਇਸ ਗੱਲ ਦਾ ਹਾਕਮ ਨੂੰ ਵੀ ਪਤਾ ਲੱਗ ਜਾਂਦਾ ਹੈ। ਕਰਤਾਰਾ ਹਾਕਮ ਨੂੰ ਕਹਿੰਦਾ ਹੈ ਕਿ ਉਸ ਨੂੰ ਉਹ ਬਿੱਲੋ ਨਾਮ ਦੀ ਲੜਕੀ ਬੜੀ ਪਸੰਦ ਆ ਗਈ ਹੈ ਅਤੇ ਉਹ ਚਾਹੁੰਦਾ ਹੈ ਕਿ ਉਸ ਨਾਲ ਉਸ ਦਾ ਵਿਆਹ ਹੋ ਜਾਵੇ। ਇਸ ਉੱਪਰ ਹਾਕਮ ਕਹਿੰਦਾ ਹੈ ਕਿ ਚੋਰ ਨਾਲੋਂ ਪੰਡ ਕਾਲੀ, ਮੇਰੇ ਨਾਲੋਂ ਤਾਂ ਤੂੰ ਕਾਹਲਾ ਹੋਇਆ ਪਿਆ ਵਿਆਹ ਕਰਾਉਣ ਨੂੰ, ਅਜੇ ਤਾਂ ਤੇਰੇ ਨਾਲੋਂ ਵੱਧ ਉਮਰ ਦਾ ਮੈਂ ਕੁਆਰਾ ਬੈਠਾ। ਅਤੇ ਦੋਵੇਂ ਤੈਤੜ ਕਰਕੇ ਹੱਸ ਪੈਂਦੇ ਹਨ। ਫਿਰ ਕਰਤਾਰਾ 2-3 ਦਿਨ ਵਿਆਹ ਵਿੱਚ ਰਹਿੰਦਾ ਹੈ
ਅਤੇ ਬਿੱਲੋ ਨੂੰ ਮਿਲਦਾ ਹੈ। ਇੱਕ ਗਾਨੀ ਆਪਣੇ ਪਿਆਰ ਦੀ ਨਿਸ਼ਾਨੀ ਵਜੋਂ ਉਸ ਨੂੰ ਦੇ ਜਾਂਦਾ ਹੈ। ਫਿਰ ਉਹ ਉਸ ਨੂੰ ਕਹਿੰਦਾ ਹੈ ਕਿ ਉਹ ਜਲਦੀ ਹੀ ਆਪਣੇ ਮਾਮੇ ਨੂੰ ਤੇਰੇ ਪਿੰਡ ਤੇਰੇ ਚਾਚੇ ਕੋਲ ਭੇਜੇਗਾ ਅਤੇ ਵਿਆਹ ਦੀ ਗੱਲ ਛੇੜੀ ਜਾਵੇਗੀ। ਚਲੋ ਵਿਆਹ ਖਤਮ ਹੋ ਜਾਂਦਾ ਹੈ, ਆਪੋ ਆਪਣੇ ਘਰੇ ਸਭ ਚਲੇ ਜਾਂਦੇ ਹਨ। ਇੱਕ ਦਿਨ ਉਹ ਮਾਮੇ ਦੇ ਘਰੇ ਕਰਤਾਰਾ ਦੁਬਾਰਾ ਜਾਂਦਾ ਹੈ। ਕਹਿੰਦਾ ਹੈ ਕਿ ਮਾਮਾ ਉਹ ਬਿੱਲੋ ਦੇ ਪਿੰਡ ਜਾਵੇ ਅਤੇ ਮੇਰੇ ਵਿਆਹ ਦੀ ਗੱਲ ਕਰਕੇ ਆਵੇ। ਉਸ ਨੂੰ ਬਿੱਲੋ ਬਹੁਤ ਪਸੰਦ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਉਸ ਨਾਲ ਰਿਸ਼ਤਾ ਹੋ ਜਾਵੇ। ਮਾਮਾ ਉਸ ਦੇ ਪਿੰਡ ਜਾ ਕੇ ਉਸ ਦੇ ਚਾਚੇ ਕੋਲ ਬਿੱਲੋ ਦੇ ਸਾਕ ਦੀ ਗੱਲ ਤੋਰਦਾ ਹੈ ਅਤੇ ਕਹਿੰਦਾ ਹੈ ਕਿ ਆਪਾਂ ਦੋਵੇਂ ਭਗਵਤ ਭਰਾ ਬਣੇ ਸੀ, ਹੁਣ ਰਿਸ਼ਤੇਦਾਰੀ ਪਾ ਕੇ ਗੱਲ ਗੂੜ੍ਹੀ ਕਰ ਦਈਏ। ਇਸ ਉੱਪਰ ਬਿੱਲੋ ਦਾ ਚਾਚਾ ਮੰਨ ਜਾਂਦਾ ਹੈ ਕਿ ਹਾਂ ਰਿਸ਼ਤਾ ਬਣਾ ਲਿਆ ਜਾਵੇ, ਪਰ ਗੱਲ ਬਿਲਕੁਲ ਸੋਚ ਤੋਂ ਬਾਹਰ ਹੁੰਦੀ ਹੈ। ਕਹਾਣੀ ਇੱਕ ਵੱਡਾ ਉਸਲ ਵੱਟਾ ਲੈਂਦੀ ਹੈ। ਸੁੱਚਾ ਸਿੰਘ ਬਿੱਲੋ ਦੇ ਰਿਸ਼ਤੇ ਦੀ ਗੱਲ ਕਰਤਾਰੇ ਨਾਲ ਨਹੀਂ, ਸਗੋਂ ਦਿਨੋਂ ਦਿਨ ਵੱਡੇ ਹੁੰਦੇ ਜਾ ਰਹੇ ਆਪਣੇ ਪੁੱਤਰ ਹਾਕਮ ਨਾਲ ਕਰਨ ਦੀ ਗੱਲ ਕਰਦਾ ਹੈ। ਗੱਲਾਂ ਗੱਲਾਂ ਵਿੱਚ ਉਹ ਵਿਆਹ ਵਿੱਚ ਆਏ ਕਰਤਾਰੇ ਨੂੰ ਖੂਬ ਭੰਡਦਾ ਹੈ ਕਿ ਉਸਨੇ ਤਾਂ ਪਿੰਡ ਵਿੱਚ ਅੱਤ ਮਚਾਈ ਹੋਈ ਹੈ। ਕਰਤਾਰਾ ਤਾਂ 100 ਕਿਸਮ ਦੇ ਨਸ਼ੇ ਕਰਦਾ ਹੈ, ਉਹ ਤਾਂ ਨਿਰਾ ਵੈਲੀ ਹੈ ਵੈਲੀ। ਕੀ ਬਹੁਤੀਆਂ ਗੱਲਾਂ ਕਰੀਏ, ਝੱਗਾ ਚੁੱਕੀਏ ਤਾਂ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ। ਭਾਣਜਾ ਤਾਂ ਚਲੋ ਸੁੱਚਾ ਸਿੰਘ ਦਾ ਹੀ ਵੱਜਣਾ। ਬਿੱਲੋ ਦਾ ਚਾਚਾ ਉਸ ਦੀਆਂ ਗੱਲਾਂ ਵਿੱਚ ਆ ਜਾਂਦਾ ਹੈ ਅਤੇ ਉਹ ਹਾਕਮ ਨੂੰ ਬਿੱਲੋ ਦਾ ਰਿਸ਼ਤਾ ਦੇਣ ਲਈ ਤਿਆਰ ਹੋ ਜਾਂਦਾ ਹੈ। ਉੱਧਰੋਂ ਕਰਤਾਰਾ ਉਡੀਕ ਰਿਹਾ ਹੈ ਕਿ ਮਾਮੇ ਨੇ ਹੁਣ ਤੱਕ ਵਿਆਹ ਦੀ ਗੱਲ ਕਰ ਲਈ ਹੋਊਗੀ। ਫਿਰ ਉਸ ਦਾ ਮਨ ਬਣਦਾ ਹੈ ਕਿਉਂ ਨਾ ਉਹ ਖੁਦ ਮਾਮੇ ਕੋਲੇ ਇੱਕ ਵਾਰ ਜਾ ਕੇ ਆਵੇ। ਉਸ ਨੂੰ ਕੁਛ ਵੀ ਇਲਮ ਨਹੀਂ ਕਿ ਉਸ ਦੀ ਢੇਰੀ 'ਤੇ ਤਾਂ ਹਾਕਮ ਡਾਕਾ ਮਾਰ ਗਿਆ ਸੀ। ਉਹ ਬੜੇ ਚਾਅ ਦੇ ਨਾਲ ਮਾਮੇ ਦੇ ਪਿੰਡ ਜਾਣ ਦੀ ਤਿਆਰੀ ਕਰਨ ਲੱਗਾ। ਫਿਰ ਜਦੋਂ ਅਚਾਨਕ ਕਰਤਾਰਾ ਮਾਮੇ ਦੇ ਪਿੰਡ ਪਹੁੰਚਦਾ ਹੈ ਤਾਂ ਪਿੰਡ ਦੀ ਫਿਰਨੀ 'ਤੇ ਬਿੱਲੋ ਨੂੰ ਰੂੜੀ 'ਤੇ ਗੋਹਾ ਸੁੱਟਣ ਆਈ ਨੂੰ ਪਹਿਚਾਣ ਲੈਂਦਾ ਹੈ। ਉਹ ਉਸ ਨੂੰ ਰੋਕ ਲੈਂਦਾ ਹੈ ਅਤੇ ਬਿੱਲੋ ਸਾਰੀ ਕਹਾਣੀ ਉਧੇੜ ਦਿੰਦੀ ਹੈ। ਸਾਰੀਆਂ ਗੱਲਾਂ ਸੁਣ ਕੇ ਕਰਤਾਰੇ ਦੇ ਪੈਰੋਂ ਜ਼ਮੀਨ ਖਿਸਕ ਜਾਂਦੀ ਹੈ। ਉਹ ਝੱਟ ਬਿੱਲੋ ਦੇ ਪਿੰਡ ਜਾ ਕੇ ਉਸ ਦੇ ਚਾਚੇ ਨੂੰ ਮਿਲਦਾ ਹੈ। ਉਸ ਦਾ ਚਾਚਾ ਉਸ ਨੂੰ ਕਹਿੰਦਾ ਹੈ ਕਿ ਅਸੀਂ ਕਿਸੇ ਵੈਲੀ ਨਾਲ ਆਪਣੀ ਧੀ ਕਿਵੇਂ ਤੋਰ ਦਿੰਦੇ। ਸਾਨੂੰ ਖੁਦ ਸੁੱਚਾ ਸਿੰਘ ਨੇ ਤੇਰੇ ਬਾਰੇ ਦੱਸਿਆ ਸੀ ਕਿ ਤੂੰ ਤਾਂ ਦਿਨੋਂ ਦਿਨ ਜ਼ਮੀਨ ਨੂੰ ਨਸ਼ਿਆਂ ਦੇ ਲੇਖੇ ਲਾਈ ਜਾ ਰਿਹਾ ਹੈ। ਇਹ ਗੱਲਾਂ ਸੁਣ ਕੇ ਕਰਤਾਰੇ ਦੇ ਸੱਤੀਂ ਕੱਪੜੀ ਅੱਗ ਲੱਗ ਜਾਂਦੀ ਹੈ, ਕਿਉਂਕਿ ਉਸ ਨੂੰ ਆਪਣੇ ਮਾਮੇ 'ਤੇ ਅੰਨਾ ਵਿਸ਼ਵਾਸ ਸੀ। ਬਾਕੀ ਮਾਂ ਬਾਰੇ ਕਰਤਾਰੇ ਦਾ ਹੋਰ ਹੈ ਵੀ ਕੌਣ ਸੀ ਜੱਗ 'ਤੇ। ਗੁੱਸੇ ਵਿੱਚ ਆ ਕੇ ਉਹ ਮਣਾ ਮੂੰਹੀ ਸ਼ਰਾਬ ਪੀਂਦਾ ਹੈ ਅਤੇ ਸਹੁੰ ਖਾ ਕੇ ਕਹਿੰਦਾ ਹੈ ਕਿ ਮਾਮੇ ਨੂੰ ਹੁਣ ਉਹ ਸੱਚੀ ਮੁੱਚੀ ਹੀ ਕਰਤਾਰਾ ਭਾਣਜਾ ਨਹੀਂ, ਕਰਤਾਰਾ ਬੈਲੀ ਬਣ ਕੇ ਟੱਕਰੂ। ਉਹ ਸੁੱਚਾ ਸਿੰਘ ਦੇ ਘਰ ਚਲਾ ਜਾਂਦਾ ਹੈ। ਜਾਂਦਿਆਂ ਨੂੰ ਦੇਖਦਾ ਹੈ ਕਿ ਹਾਕਮ ਤੇ ਬਿੱਲੋ ਤਾਂ ਹਾਕਮ ਦੇ ਸਹੁਰੇ ਗਏ ਹੁੰਦੇ ਹਨ ਅਤੇ ਸੁੱਚਾ ਸਿੰਘ ਘਰ ਵਿੱਚ ਇਕੱਲਾ ਹੈ। ਕਰਤਾਰਾ ਸੁੱਚੇ ਸਿੰਘ ਨੂੰ ਹਾਕਮ ਦੇ ਵਿਆਹ ਬਾਰੇ ਪੁੱਛਦਾ ਹੈ ਤਾਂ ਸੁੱਚਾ ਸਿੰਘ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦਾ ਅਤੇ ਕਹਿੰਦਾ ਹੈ ਕਿ ਬਿੱਲੋ ਤੇਰੇ ਨਾਲ ਵਿਆਹ ਕਰਾਉਣ ਦੇ ਲਾਇਕ ਨਹੀਂ ਸੀ। ਰਿਸ਼ਤੇਦਾਰੀ ਉੱਥੇ ਰੱਖੀ ਦੀ ਹੈ ਜਿੱਥੇ ਵੱਤ ਵਰਤਾਈ ਸੰਭਵ ਹੋਵੇ। ਇਸ ਤਰ੍ਹਾਂ ਉਹ ਗੋਲ ਮੋਲ ਗੱਲਾਂ ਕਰਦਾ ਹੈ। ਅਖੀਰ ਕਰਤਾਰੇ ਤੋਂ ਨਹੀਂ ਰਿਹਾ ਜਾਂਦਾ ਅਤੇ ਉਹ ਗੁੱਸੇ ਵਿੱਚ ਆ ਕੇ ਸਭ ਸੱਚੀਆਂ ਕਹਿ ਦਿੰਦਾ ਹੈ ਅਤੇ ਮਾਮੇ ਨੂੰ ਕੀਤੇ ਧੋਖੇ ਦੀ ਸਜ਼ਾ ਉਹ ਕੁਹਾੜੀ ਮਾਰ ਕੇ ਮੌਤ ਦਿੰਦਾ ਹੈ। ਉੱਥੋਂ ਉਹ ਭੱਜ ਜਾਂਦਾ ਹੈ ਅਤੇ ਭੱਜ ਕੇ ਜਦੋਂ ਰਸਤੇ ਵਿੱਚ ਵਾਪਸ ਆਉਂਦਾ ਹੈ ਤਾਂ ਉਸ ਨੂੰ ਹਾਕਮ ਵੀ ਟੱਕਰ ਜਾਂਦਾ ਹੈ। ਹਾਕਮ ਬਿੱਲੋ ਨੂੰ ਉਸ ਦੇ ਪੇਕੇ ਘਰ ਛੱਡ ਕੇ ਵਾਪਸ ਇਕੱਲਾ ਆ ਰਿਹਾ ਹੁੰਦਾ ਹੈ। ਉਹ ਵਧੀਆ ਮੌਕਾ ਤਾੜ ਕੇ
ਉਸ 'ਤੇ ਵੀ ਹਮਲਾ ਕਰ ਦਿੰਦਾ ਹੈ ਅਤੇ ਹਾਕਮ ਦਾ ਵੀ ਕਤਲ ਕਰ ਦਿੰਦਾ ਹੈ। ਪੁਲਿਸ ਅਤੇ ਪਿੰਡ ਤੋਂ ਫੜੇ ਜਾਣ ਦੇ ਡਰ ਨਾਲ ਉਹ ਮਾਮੇ ਕਿਆਂ ਦੇ ਸਾਰੇ ਪਰਿਵਾਰ 'ਤੇ ਇਹ ਥੁੱਕ ਕੇ 20 ਸਾਲਾਂ ਦੇ ਅਰਸੇ ਲਈ ਚਲਾ ਜਾਂਦਾ ਹੈ। ਰਿਸ਼ਤੇਦਾਰੀਆਂ ਤਾਂ ਵਰਤਣ ਦੀਆਂ ਹੁੰਦੀਆਂ ਨੇ, ਰਿਸ਼ਤੇ ਨਹੀਂ ਵਰਤੀਦੇ। ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ? ਕਿਰਪਾ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਨਾ। ਬਹੁਤ ਬਹੁਤ ਧੰਨਵਾਦ।